ਸੋਚ ਕੇ ਦੇਖੋ, ਸਾਡੀ ਹਰ ਰੋਜ਼ ਦੀ ਸਵੇਰ ਜਿਸ ਕੱਪ ਨਾਲ ਸ਼ੁਰੂ ਹੁੰਦੀ ਹੈ, ਉਸ ਦਾ ਇਤਿਹਾਸ ਕਿਸੇ ਵੱਡੀ ਬਲੌਕਬਸਟਰ ਥ੍ਰਿਲਰ ਫਿਲਮ ਤੋਂ ਘੱਟ ਨਹੀਂ ਹੈ। ਜੀ ਹਾਂ, ਬਿਲਕੁਲ। ਅੱਜ ਦੇ ਇਸ ਖਾਸ ਵਿਸ਼ਲੇਸ਼ਣ ਵਿੱਚ ਆਪਾਂ ਚਾਹ ਦੇ ਇਸ ਕਮਾਲ ਦੇ ਵਿਸ਼ਵਵਿਆਪੀ ਸਫ਼ਰ ਬਾਰੇ ਗੱਲ ਕਰਾਂਗੇ। ਆਪਾਂ ਦੇਖਾਂਗੇ ਕਿ ਕਿਵੇਂ ਇੱਕ ਪੁਰਾਣੀ ਚੀਨੀ ਦਵਾਈ ਸਮੇਂ ਦੇ ਨਾਲ ਬਦਲ ਕੇ ਸਾਡੇ ਸਾਰਿਆਂ ਦੀ ਜਾਨ ਯਾਨੀ ਕਿ ਮਸਾਲਾ ਚਾਹ ਬਣ ਗਈ। ਤਾਂ ਆਓ ਬਿਨਾਂ ਕਿਸੇ ਦੇਰੀ ਦੇ ਸ਼ੁਰੂ ਕਰੀਏ। ਹੁਣ ਸਭ ਤੋਂ ਪਹਿਲਾਂ ਦਿਮਾਗ ਵਿੱਚ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਸਵਾਲ ਆਉਂਦਾ ਹੈ, ਕਿਵੇਂ ਇੱਕ ਮਾਮੂਲੀ ਜਿਹੇ ਔਸ਼ਧੀ ਵਾਲੇ ਪੱਤੇ ਨੇ ਦੁਨੀਆ ਦੇ ਸਭ ਤੋਂ ਖਤਰਨਾਕ ਡਰੱਗ ਕਾਰਟੇਲਾਂ ਨੂੰ ਜਨਮ ਦੇ ਦਿੱਤਾ ਅਤੇ ਫਿਰ ਉਸੇ ਪੱਤੇ ਤੋਂ ਸਾਡੀ ਮਨਪਸੰਦ ਮਸਾਲਾ ਚਾਹ ਕਿਵੇਂ ਬਣੀ। ਇਹ ਇੱਕ ਬਹੁਤ ਹੀ ਵੱਡਾ ਅਤੇ ਦਿਲਚਸਪ ਵਿਰੋਧਾਭਾਸ ਹੈ। ਇਸ ਸਧਾਰਨ ਜਿਹੇ ਪੀਣ ਵਾਲੇ ਪਦਾਰਥ ਨੇ ਸੱਚਮੁੱਚ ਦੁਨੀਆ ਦੇ ਵੱਡੇ-ਵੱਡੇ ਸਾਮਰਾਜਿਆਂ ਨੂੰ ਹਿਲਾ ਕੇ ਰੱਖ ਦਿੱਤਾ ਸੀ। ਆਓ ਇਸ ਪੂਰੀ ਕਹਾਣੀ ਦੀਆਂ ਤਹਿਆਂ ਨੂੰ ਇੱਕ-ਇੱਕ ਕਰਕੇ ਖੋਲ੍ਹਦੇ ਹਾਂ। ਭਾਗ ਪਹਿਲਾ, ਮਿੱਥ, ਦਵਾਈ ਅਤੇ ਪੈਸਾ। ਗੱਲ ਹੈ 2737 ਈਸਾ ਪੂਰਵ ਦੀ। ਕਹਾਣੀ ਕੁਝ ਇਸ ਤਰ੍ਹਾਂ ਹੈ ਕਿ ਚੀਨੀ ਸਮਰਾਟ ਸ਼ੇਨੋਂਗ ਨੇ ਅਚਾਨਕ ਹੀ ਚਾਹ ਦੀ ਖੋਜ ਕਰ ਲਈ ਸੀ। ਦਰਅਸਲ ਕੁਝ ਜੰਗਲੀ ਪੱਤੇ ਉੜ ਕੇ ਉਹਨਾਂ ਦੇ ਉਬਲਦੇ ਪਾਣੀ ਵਿੱਚ ਆ ਡਿੱਗੇ ਅਤੇ ਬਸ ਇੱਥੋਂ ਹੀ ਸ਼ੁਰੂਆਤ ਹੋਈ। ਫਿਰ ਲਗਭਗ 200 ਈਸਵੀ ਤੱਕ ਆਂਦੇ ਇਸ ਨੂੰ ਸਿਰਫ ਇੱਕ ਬਹੁਤ ਹੀ ਕੌੜੀ ਦਵਾਈ ਵਜੋਂ ਪਿੱਟਾ ਜਾਂਦਾ ਸੀ। ਪਰ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਸੁਣੋ, ਤੰਗ ਰਾਜਵੰਸ਼ ਦੇ ਸਮੇਂ ਤੱਕ ਇਹ ਪੱਤੇ ਇੰਨੇ ਜ਼ਿਆਦਾ ਕੀਮਤੀ ਹੋ ਗਏ ਕਿ ਲੋਕਾਂ ਨੇ ਇਹਨਾਂ ਨੂੰ ਦਬਾ ਕੇ ਇੱਟਾਂ ਦਾ ਰੂਪ ਦੇ ਦਿੱਤਾ। ਅਤੇ ਪਤਾ ਕਿਉਂ? ਕਿਉਂਕਿ ਇਹਨਾਂ ਚਾਹ ਦੀਆਂ ਇੱਟਾਂ ਨੂੰ ਅਸਲ ਕਰੰਸੀ ਯਾਨੀ ਨਕਦ ਪੈਸੇ ਵਜੋਂ ਵਰਤਿਆ ਜਾਣ ਲੱਗਾ। ਮਤਲਬ ਕੌੜੀ ਦਵਾਈ ਤੋਂ ਲੈ ਕੇ ਸਿੱਧਾ ਪੈਸਾ, ਹੈ ਨਾ ਕਮਾਲ। ਹੁਣ ਇੱਥੇ ਇੱਕ ਬਹੁਤ ਹੀ ਦਿਲਚਸਪ ਗੱਲ ਹੈ ਜੋ ਸਾਡੇ ਇੱਕ ਬਹੁਤ ਵੱਡੇ ਭੁਲੇਖੇ ਨੂੰ ਦੂਰ ਕਰਦੀ ਹੈ। ਆਪਾਂ ਅਕਸਰ ਸੋਚਦੇ ਹਾਂ ਕਿ ਕਾਲੀ ਚਾਹ, ਹਰੀ ਚਾਹ ਜਾਂ ਚਿੱਟੀ ਚਾਹ ਵੱਖ-ਵੱਖ ਪੌਦਿਆਂ ਤੋਂ ਬਣਦੀ ਹੋਵੇਗੀ, ਠੀਕ ਹੈ ਨਾ? ਪਰ ਨਹੀਂ, ਅਸਲ ਵਿੱਚ ਇਹ ਸਾਰੀਆਂ ਦੀਆਂ ਸਾਰੀਆਂ ਅਸਲੀ ਚਾਹਾਂ ਸਿਰਫ ਤੇ ਸਿਰਫ ਇੱਕ ਹੀ ਪੌਦੇ ਤੋਂ ਆਉਂਦੀਆਂ ਹਨ, ਜਿਸ ਦਾ ਵਿਗਿਆਨਿਕ ਨਾਮ ਹੈ ਕੈਮੇਲੀਆ ਸਾਈਨੈਂਸਿਸ। ਅਸਲ ਜਾਦੂ ਪੌਦੇ ਵਿੱਚ ਨਹੀਂ, ਸਗੋਂ ਪੱਤਿਆਂ ਨੂੰ ਤੋੜਨ, ਸੁਕਾਉਣ ਅਤੇ ਪ੍ਰੋਸੈਸ ਕਰਨ ਦੇ ਤਰੀਕੇ ਵਿੱਚ ਹੈ। ਸਾਰੀ ਖੇਡ ਬਸ ਇਸੇ ਪ੍ਰੋਸੈਸਿੰਗ ਦੀ ਹੈ। ਚਲੋ ਅੱਗੇ ਵਧਦੇ ਹਾਂ। ਭਾਗ ਦੂਜਾ, ਵਿਸ਼ਵਵਿਆਪੀ ਚਾਹ ਦਾ ਕ੍ਰੇਜ਼। ਤਾਂ ਚੀਨ ਦਾ ਗੁਪਤ ਪੱਤਾ ਪੂਰੀ ਦੁਨੀਆ ਵਿੱਚ ਕਿਵੇਂ ਫੈਲਿਆ? ਸ਼ੁਰੂਆਤ ਬਹੁਤ ਸ਼ਾਂਤਮਈ ਸੀ। ਬੋਧੀ ਭਿਕਸ਼ੂ ਧਿਆਨ ਲਗਾਉਣ ਵੇਲੇ ਜਾਗਦੇ ਰਹਿਣ ਲਈ ਇਸ ਦੀ ਵਰਤੋਂ ਕਰਦੇ ਸਨ ਅਤੇ ਉਹੀ ਇਸ ਨੂੰ ਆਪਣੇ ਨਾਲ ਜਾਪਾਨ ਅਤੇ ਤਿੱਬਤ ਲੈ ਗਏ। ਫਿਰ 1610 ਵਿੱਚ ਡੱਚ ਵਪਾਰੀਆਂ ਨੇ ਇਸ ਨੂੰ ਯੂਰਪ ਪਹੁੰਚਾ ਦਿੱਤਾ। ਪਰ ਅਸਲ ਧਮਾਕਾ ਉਦੋਂ ਹੋਇਆ ਜਦੋਂ 1662 ਵਿੱਚ ਪੁਰਤਗਾਲੀ ਰਾਜਕੁਮਾਰੀ ਕੈਥਰੀਨ ਦਾ ਬ੍ਰਿਟਿਸ਼ ਸ਼ਾਹੀ ਘਰਾਣੇ ਵਿੱਚ ਵਿਆਹ ਹੋਇਆ। ਉਸਨੇ ਇੰਗਲੈਂਡ ਆ ਕੇ ਚਾਹ ਪੀਣ ਨੂੰ ਇੱਕ ਇੰਨਾ ਵੱਡਾ ਫੈਸ਼ਨ ਬਣਾ ਦਿੱਤਾ ਕਿ ਬ੍ਰਿਟਿਸ਼ ਅਮੀਰ ਲੋਕ ਇਸ ਦੇ ਪਾਗਲ ਹੋ ਗਏ। ਇਹ ਹੁਣ ਸਿਰਫ ਇੱਕ ਆਮ ਪੀਣ ਵਾਲੀ ਚੀਜ਼ ਨਹੀਂ ਸੀ, ਇਹ ਸਟੇਟਸ ਸਿੰਬਲ ਬਣ ਚੁੱਕੀ ਸੀ। ਹੁਣ ਆਉਂਦੇ ਹਾਂ ਕਹਾਣੀ ਦੇ ਥੋੜੇ ਗੰਭੀਰ ਹਿੱਸੇ ਵੱਲ। ਭਾਗ ਤੀਜਾ, ਅਫੀਮ ਸਾਮਰਾਜ ਅਤੇ ਯੁੱਧ। ਜਿਵੇਂ ਕਿ ਆਪਾਂ ਦੇਖਿਆ, ਬ੍ਰਿਟਿਸ਼ ਲੋਕਾਂ ਨੂੰ ਚਾਹ ਦੀ ਬਹੁਤ ਵੱਡੀ ਲਤ ਲੱਗ ਚੁੱਕੀ ਸੀ। ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੂੰ ਚਾਹ ਦੀ ਭਾਰੀ ਮਾਤਰਾ ਚਾਹੀਦੀ ਸੀ, ਪਰ ਚੀਨ ਦੀ ਸ਼ਰਤ ਬਿਲਕੁਲ ਸਾਫ਼ ਸੀ ਕਿ ਭੁਗਤਾਨ ਸਿਰਫ ਤੇ ਸਿਰਫ ਠੋਸ ਚਾਂਦੀ ਵਿੱਚ ਹੋਵੇਗਾ, ਹੋਰ ਕਿਸੇ ਚੀਜ਼ ਵਿੱਚ ਨਹੀਂ। ਹੁਣ ਜਦੋਂ ਬਰਤਾਨੀਆ ਦੀ ਚਾਂਦੀ ਮੁੱਕਣ ਲੱਗੀ ਤਾਂ ਉਹਨਾਂ ਨੇ ਇੱਕ ਬਹੁਤ ਹੀ ਖਤਰਨਾਕ ਅਤੇ ਗੈਰ-ਕਾਨੂੰਨੀ ਰਸਤਾ ਚੁਣਿਆ। ਉਹਨਾਂ ਨੇ ਭਾਰਤ ਵਿੱਚ ਜ਼ਬਰਦਸਤੀ ਅਫੀਮ ਉਗਾਉਣੀ ਸ਼ੁਰੂ ਕਰ ਦਿੱਤੀ ਅਤੇ ਚਾਹ ਖਰੀਦਣ ਲਈ ਉਸ ਅਫੀਮ ਨੂੰ ਚੀਨ ਵਿੱਚ ਸਮਗਲ ਕਰਨਾ ਸ਼ੁਰੂ ਕਰ ਦਿੱਤਾ। ਇਹ ਵਿਸ਼ਵ ਵਪਾਰ ਦਾ ਇੱਕ ਬਹੁਤ ਹੀ ਕਾਲਾ ਪੰਨਾ ਸੀ। ਅਤੇ ਇਸ ਦਾ ਨਤੀਜਾ? ਜ਼ਰਾ ਇਸ ਅੰਕੜੇ ਵੱਲ ਧਿਆਨ ਦਿਓ। 3 ਕਰੋੜ। ਇਹ ਕੋਈ ਮਾਮੂਲੀ ਨੰਬਰ ਨਹੀਂ ਹੈ। ਇਹ ਉਸ ਸਮੇਂ ਚੁਕਾਈ ਗਈ ਭਾਰੀ ਮਨੁੱਖੀ ਕੀਮਤ ਹੈ। ਭਾਰਤ ਦੇ ਬੰਗਾਲ ਵਿੱਚ ਅਫੀਮ ਦੀ ਜ਼ਬਰਦਸਤੀ ਖੇਤੀ ਕਾਰਨ ਲੱਖਾਂ ਹੀ ਲੋਕ ਭੁੱਖਮਰੀ ਦਾ ਸ਼ਿਕਾਰ ਹੋਏ। ਦੂਜੇ ਪਾਸੇ ਚੀਨ ਵਿੱਚ ਇਹ ਸਮਗਲਿੰਗ ਦੇ ਨਤੀਜੇ ਵਜੋਂ ਤਾਈਪਿੰਗ ਵਿਦਰੋਹ ਅਤੇ ਅਫੀਮ ਯੁੱਧ ਹੋਏ, ਜਿਸ ਵਿੱਚ ਲਗਭਗ 3 ਕਰੋੜ ਲੋਕਾਂ ਨੇ ਆਪਣੀ ਜਾਨ ਗਵਾਈ। ਜ਼ਰਾ ਸੋਚ ਕੇ ਦੇਖੋ, ਇਹ ਸਭ ਕੁਝ ਸਿਰਫ ਚਾਹ ਦੇ ਵਪਾਰ ਦੇ ਕੰਟਰੋਲ ਲਈ ਹੋ ਰਿਹਾ ਸੀ। ਇਸ ਤੋਂ ਬਾਅਦ ਆਂਦਾ ਹੈ ਭਾਗ ਚੌਥਾ, ਮਹਾਨ ਵਨਸਪਤੀ ਚੋਰੀ। ਇਹ ਹਿੱਸਾ ਤਾਂ ਲਿਟਰਲੀ ਕਿਸੇ ਹਾਲੀਵੁੱਡ ਦੀ ਹਾਈ ਸਟੇਕਸ ਚੋਰੀ ਵਾਲੀ ਫਿਲਮ ਵਰਗਾ ਹੈ। ਗੱਲ 1848 ਦੀ ਹੈ, ਜਦੋਂ ਰਾਬਰਟ ਫਾਰਚੂਨ ਨਾਮ ਦੇ ਇੱਕ ਸਕਾਟਿਸ਼ ਵਿਗਿਆਨੀ ਨੇ ਇੱਕ ਸਥਾਨਕ ਚੀਨੀ ਵਪਾਰੀ ਦਾ ਭੇਸ ਬਣਾਇਆ। ਉਸਨੇ ਬਹੁਤ ਹੀ ਚਾਲਾਕੀ ਨਾਲ ਚੀਨ ਦੀਆਂ ਬੇਹੱਦ ਸੁਰੱਖਿਅਤ ਅਤੇ ਗੁਪਤ ਚਾਹ ਫੈਕਟਰੀਆਂ ਵਿੱਚ ਘੁਸਪੈਠ ਕੀਤੀ। ਉੱਥੋਂ ਉਸਨੇ 1-2 ਨਹੀਂ, ਪੂਰੇ 20,000 ਚਾਹ ਦੇ ਪੌਦੇ ਚੋਰੀ ਕੀਤੇ ਅਤੇ 8 ਚੀਨੀ ਚਾਹ ਮਾਹਰਾਂ ਨੂੰ ਵੀ ਆਪਣੇ ਨਾਲ ਲਾ ਲਿਆ। ਮਤਲਬ ਉਸਨੇ ਸਿਰਫ ਪੌਦੇ ਨਹੀਂ ਚੁਰਾਏ, ਬਲਕਿ ਪੂਰੀ ਦੀ ਪੂਰੀ ਇੰਡਸਟਰੀ ਨੂੰ ਹੀ ਚੁਰਾ ਕੇ ਭਾਰਤ ਵਿੱਚ ਸਮਗਲ ਕਰ ਦਿੱਤਾ। ਬਿਲਕੁਲ ਅਵਿਸ਼ਵਾਸਯੋਗ। ਭਾਗ ਪੰਜਵਾਂ, ਬਗਾਨ ਅਤੇ ਦਰਦ। ਹੁਣ ਜਦੋਂ ਚਾਹ ਦੇ ਇਹ ਪੌਦੇ ਭਾਰਤ ਪਹੁੰਚੇ ਤਾਂ 1830 ਦੇ ਦਹਾਕੇ ਤੱਕ ਅਸਾਮ ਵਿੱਚ ਵੱਡੇ-ਵੱਡੇ ਚਾਹ ਦੇ ਬਗਾਨ ਲਗਾਏ ਜਾਣ ਲੱਗੇ। ਪਰ ਇਹਨਾਂ ਸੁੰਦਰ ਹਰੇ-ਭਰੇ ਬਗਾਨਾਂ ਦੇ ਪਿੱਛੇ ਇੱਕ ਬਹੁਤ ਹੀ ਕੌੜੀ ਸੱਚਾਈ ਛੁਪੀ ਹੋਈ ਸੀ। ਦੂਰ ਦਰਾੜੇ ਦੇ ਇਲਾਕਿਆਂ ਤੋਂ ਲਿਆਂਦੇ ਗਏ ਮਜ਼ਦੂਰਾਂ ਤੋਂ ਇੱਥੇ ਕੰਮ ਕਰਵਾਇਆ ਜਾਂਦਾ ਸੀ। ਉਹਨਾਂ ਨੂੰ ਬਹੁਤ ਹੀ ਮਾੜੇ ਹਾਲਾਤਾਂ
ਭਿਆਨਕ ਬਿਮਾਰੀਆਂ ਅਤੇ ਬੇਹੱਦ ਬੇਰਹਿਮ ਸ਼ਰਤਾਂ ਦਾ ਸਾਹਮਣਾ ਕਰਨਾ ਪਿਆ। ਸਾਨੂੰ ਇਹ ਗੱਲ ਬਿਲਕੁਲ ਨਹੀਂ ਭੁੱਲਣੀ ਚਾਹੀਦੀ ਕਿ ਉਸ ਸਮੇਂ ਦੇ ਵਪਾਰਕ ਮੁਨਾਫੇ ਦੀ ਨੀਂਹ ਅਸਲ ਵਿੱਚ ਬਹੁਤ ਸਾਰੇ ਮਨੁੱਖਾਂ ਦੇ ਭਾਰੀ ਸ਼ੋਸ਼ਣ ਤੇ ਟਿਕੀ ਹੋਈ ਸੀ। ਅਤੇ ਹੁਣ ਉਹ ਹਿੱਸਾ ਜਿਸ ਦਾ ਆਪਾਂ ਸਭ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ, ਭਾਗ 6ਵਾਂ, ਮਸਾਲਾ ਚਾਹ ਦਾ ਜਨਮ। ਕਹਾਣੀ ਵਿੱਚ ਇੱਕ ਨਵਾਂ ਮੋੜ 1930 ਦੇ ਦਹਾਕੇ ਵਿੱਚ ਆਉਂਦਾ ਹੈ, ਜਦੋਂ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਚਾਹ ਦੀਆਂ ਕੀਮਤਾਂ ਅਚਾਨਕ ਧੜਮ ਕਰਕੇ ਡਿੱਗ ਗਈਆਂ ਤਾਂ ਬ੍ਰਿਟਿਸ਼ ਕੰਪਨੀਆਂ ਘਬਰਾ ਗਈਆਂ। ਉਹਨਾਂ ਨੇ ਆਪਣਾ ਨੁਕਸਾਨ ਪੂਰਾ ਕਰਨ ਲਈ ਇੱਕ ਨਈ ਤਰਕੀਬ ਸੋਚੀ। ਕਿਉਂ ਨਾ ਚਾਹ ਨੂੰ ਸਥਾਨਕ ਤੌਰ ਤੇ ਯਾਨੀ ਕਿ ਭਾਰਤੀਆਂ ਨੂੰ ਹੀ ਵੇਚਿਆ ਜਾਵੇ। ਇਸ ਲਈ ਉਹਨਾਂ ਨੇ ਇੱਕ ਬਹੁਤ ਵੱਡੀ ਮਾਰਕੀਟਿੰਗ ਮੁਹਿੰਮ ਸ਼ੁਰੂ ਕੀਤੀ। ਉਹਨਾਂ ਨੇ ਰੇਲਵੇ ਸਟੇਸ਼ਨਾਂ ਤੇ ਮੁਫਤ ਚਾਹ ਦੇ ਕੱਪ ਵੰਡਣੇ ਸ਼ੁਰੂ ਕਰ ਦਿੱਤੇ ਤਾਂ ਜੋ ਆਮ ਲੋਕਾਂ ਨੂੰ ਇਸ ਦੀ ਆਦਤ ਪੈ ਸਕੇ। ਅਤੇ ਬਸ ਇੱਥੋਂ ਹੀ ਚਾਹ ਆਮ ਭਾਰਤੀਆਂ ਦੀ ਜ਼ਿੰਦਗੀ ਦਾ ਹਿੱਸਾ ਬਣਨੀ ਸ਼ੁਰੂ ਹੋਈ। ਪਰ ਇੱਥੇ ਭਾਰਤੀਆਂ ਨੇ ਜੋ ਕੀਤਾ ਉਹ ਕਮਾਲ ਸੀ। ਇੱਕ ਪਾਸੇ ਸੀ ਅੰਗਰੇਜ਼ਾਂ ਦਾ ਤਰੀਕਾ, ਬਿਲਕੁਲ ਸਾਦੀ ਕੌੜੀ ਕਾੜੀ ਚਾਹ ਜੋ ਸਿਰਫ ਪਾਣੀ ਨਾਲ ਉਬਾਲੀ ਜਾਂਦੀ ਸੀ, ਕਹਿਣ ਦਾ ਭਾਵ ਹੈ ਬਿਲਕੁਲ ਫਿੱਕੀ ਜਿਹੀ ਚੀਜ਼। ਪਰ ਦੂਜੇ ਪਾਸੇ ਭਾਰਤੀ ਲੋਕਾਂ ਨੇ ਇਸ ਨੂੰ ਆਪਣੇ ਅੰਦਾਜ਼ ਵਿੱਚ ਢਾਲ ਲਿਆ। ਉਹਨਾਂ ਨੇ ਇਸ ਫਿੱਕੇ ਪਾਣੀ ਵਿੱਚ ਦੁੱਧ ਪਾਇਆ, ਖੂਬ ਸਾਰੀ ਖੰਡ ਮਿਲਾਈ ਅਤੇ ਫਿਰ ਅਦਰਕ, ਇਲਾਇਚੀ ਤੇ ਗਰਮ ਮਸਾਲੇ ਕੁੱਟ ਕੇ ਪਾ ਦਿੱਤੇ। ਇਸ ਨੂੰ ਰਿਝਾ ਕੇ ਇੱਕ ਸ਼ਾਨਦਾਰ ਡਰਿੰਕ ਬਣਾ ਦਿੱਤਾ ਅਤੇ ਇਸ ਤਰ੍ਹਾਂ ਜਨਮ ਹੋਇਆ ਦੁਨੀਆ ਭਰ ਵਿੱਚ ਮਸ਼ਹੂਰ ਮਸਾਲਾ ਚਾਹ ਦਾ। ਇਹ ਸਿਰਫ ਇੱਕ ਰੈਸਿਪੀ ਨਹੀਂ ਸੀ, ਇਹ ਤਾਂ ਇੱਕ ਤਰ੍ਹਾਂ ਨਾਲ ਸੱਭਿਆਚਾਰਕ ਜਿੱਤ ਸੀ। ਅੱਜ ਜੇਕਰ ਆਪਾਂ ਆਧੁਨਿਕ ਭਾਰਤੀ ਚਾਹ ਉਦਯੋਗ ਵੱਲ ਝਾਤ ਮਾਰੀਏ ਤਾਂ ਤਸਵੀਰ ਬਿਲਕੁਲ ਬਦਲ ਚੁੱਕੀ ਹੈ। 19ਵੀਂ ਸਦੀ ਵਿੱਚ ਇੱਥੇ ਉੱਗਣ ਵਾਲੀ 100% ਚਾਹ ਸਿਰਫ ਬਾਹਰ ਭੇਜਣ ਯਾਨੀ ਐਕਸਪੋਰਟ ਕਰਨ ਲਈ ਹੁੰਦੀ ਸੀ। ਪਰ ਅੱਜ ਕੁੱਲ ਪੈਦਾਵਾਰ ਦਾ 70% ਹਿੱਸਾ ਅਸੀਂ ਖੁਦ ਯਾਨੀ ਘਰੇਲੂ ਤੌਰ ਤੇ ਖਪਤ ਕਰਦੇ ਹਾਂ। ਸਿਰਫ 30% ਹੀ ਨਿਰਯਾਤ ਹੁੰਦਾ ਹੈ। ਇਹ ਸਿੱਧੇ ਤੌਰ ਤੇ ਦੱਸਦਾ ਹੈ ਕਿ ਕਿਵੇਂ ਇੱਕ ਵਿਦੇਸ਼ੀ ਉਤਪਾਦ ਅੱਜ ਸਾਡੇ ਰੋਜ਼ਾਨਾ ਜੀਵਨ ਦਾ ਇੰਨਾ ਅਹਿਮ ਹਿੱਸਾ ਬਣ ਚੁੱਕਾ ਹੈ। ਭੀੜ ਵਾਲੇ ਰੇਲਵੇ ਸਟੇਸ਼ਨਾਂ ਤੋਂ ਲੈ ਕੇ ਆਧੁਨਿਕ ਦਫ਼ਤਰਾਂ ਤੱਕ ਮਸਾਲਾ ਚਾਹ ਸਾਡੇ ਸਾਰਿਆਂ ਨੂੰ ਆਪਸ ਵਿੱਚ ਜੋੜਦੀ ਹੈ। ਤਾਂ ਅੱਜ ਦੇ ਇਸ ਜਾਣਕਾਰੀ ਭਰਪੂਰ ਸਫ਼ਰ ਦੇ ਅੰਤ ਵਿੱਚ ਆਪਾਂ ਤੁਹਾਨੂੰ ਇੱਕ ਸਵਾਲ ਦੇ ਨਾਲ ਛੱਡ ਕੇ ਜਾ ਰਹੇ ਹਾਂ। ਕੱਲ ਸਵੇਰੇ ਜਦੋਂ ਤੁਹਾਡੇ ਹੱਥ ਵਿੱਚ ਗਰਮਾ-ਗਰਮ ਚਾਹ ਦਾ ਪਿਆਲਾ ਹੋਵੇਗਾ ਤਾਂ ਇੱਕ ਪੱਲੇ ਹੀ ਰੁਕ ਕੇ ਸੋਚਿਓ ਕਿ ਉਸ ਵਿੱਚ ਇਤਿਹਾਸ ਦੇ ਕਿਹੜੇ ਲੁਕਵੇਂ ਰਾਜ਼ ਉਬਲ ਰਹੇ ਹਨ। ਪ੍ਰਾਚੀਨ ਚੀਨ ਦੀਆਂ ਦਵਾਈਆਂ, ਵੱਡੇ ਸਾਮਰਾਜ, ਭਿਆਨਕ ਜੰਗਾਂ, ਫਿਲਮੀ ਲੱਗਣ ਵਾਲੀਆਂ ਕਾਰਪੋਰੇਟ ਚੋਰੀਆਂ ਅਤੇ ਇੱਕ ਸ਼ਾਨਦਾਰ ਸੱਭਿਆਚਾਰ ਦੀ ਸਿਰਜਣਾ। ਇਹ ਸਭ ਕੁਝ ਤੁਹਾਡੇ ਉਸ ਇੱਕ ਕੱਪ ਵਿੱਚ ਘੁਲਿਆ ਹੋਇਆ ਹੈ। ਅਗਲੀ ਵਾਰ ਜਦੋਂ ਵੀ ਚਾਹ ਦੀ ਚੁਸਕੀ ਲਓ ਤਾਂ ਇਸ ਸ਼ਾਨਦਾਰ ਸਫ਼ਰ ਨੂੰ ਜ਼ਰੂਰ ਯਾਦ ਰੱਖਿਓ। ਅੱਜ ਦੇ ਇਸ ਵਿਸ਼ਲੇਸ਼ਣ ਵਿੱਚ ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।